ਪ੍ਰਿਤਪਾਲ ਜੀ, ਮੈਂ ਤੁਹਾਡੀ ਸਭ ਤੋਂ ਪਹਿਲੀ ਗੱਲ ਦੇ ਨਾਲ ਇਤਫਾਕ ਨਹੀਂ ਰੱਖਦਾ ਜਿੱਥੇ ਤੁਸੀਂ ਕਿਹਾ ਕਿ ਗਊਸ਼ਾਲਾ ਦੇ ਪ੍ਰਧਾਨ ਕਸ਼ਮੀਰੀ ਲਾਲ ਜੀ ਉਹ ਪ੍ਰਧਾਨ ਨਹੀਂ ਹੈ, ਇਸ ਵੇਲੇ ਨਜਾਇਜ਼ ਪ੍ਰਧਾਨ ਨੇ। ਤਕਰੀਬਨ 31 ਮਾਰਚ ਵੇਲੇ ਉਹਨਾਂ ਦਾ ਟੈਨਿਓਰ ਪੂਰਾ ਹੋ ਚੁੱਕਿਆ ਔਰ ਇਸ ਟੈਨਿਓਰ ਖਤਮ ਹੋਏ ਨੂੰ ਅੱਜ ਲਗਭਗ 7 ਮਹੀਨੇ ਹੋ ਚੁੱਕੇ ਹੈ ਔਰ ਉਹ ਧੱਕੇ ਨਾਲ, ਜਿਵੇਂ ਕਹਾਂ, ਸਾਂਝੀਆਂ ਸੰਸਥਾਵਾਂ ਹਮੇਸ਼ਾ ਪ੍ਰੇਮ ਪਿਆਰ ਅਤੇ ਭਰਪੇ ਨਾਲ ਚੱਲਦੀਆਂ, ਕਦੇ ਕਬਜ਼ੇ ਕਰਕੇ ਜਾਂ ਧੱਕੇ ਨਾਲ ਨਹੀਂ ਚੱਲਦੀਆਂ। ਸਰ, ਤੁਹਾਨੂੰ ਕੀ ਲੱਗ ਰਿਹਾ ਕਸ਼ਮੀਰੀ ਲਾਲ ਜੀ, ਸਾਈਆਂ ਕਿਤੇ ਤੇ ਵਧਾਈਆਂ ਕਿਤੇ, ਹਲਕਾ ਪੁੱਛੋ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਇਸ ਤਰ੍ਹਾਂ ਦੀ ਰਣਨੀਤੀ ਤੇ ਤਾਂ ਨਹੀਂ ਉਤਰ ਆਏ? ਦੇਖੋ ਜੀ, ਲੱਗਦਾ ਤਾਂ ਹੈ ਨਹੀਂਗਾ ਅਜੇ ਤੱਕ ਵੀ ਕੋਈ ਇਹੋ ਜਿਹੀ ਗੱਲਬਾਤ ਆ, ਪਰ ਮਤਲਬ ਜਦੋਂ ਚੈੱਕ ਦੀ ਗੱਲ ਕੀਤੀ ਹੈ, ਚੈੱਕ ਦੇ ਹੀ ਦੇਣਗੇ ਜੀ 5 ਲੱਖ। ਉਹ ਮੇਰੇ ਤਾਂ ਕੋਈ ਨਾ ਪਹਿਲਾ ਨੋਟਿਸ ਸੀ ਔਰ ਮੈਂ ਐਮਐਲਏ ਸਾਹਿਬ ਨਾਲ ਵੀ ਸੰਪਰਕ ਕੀਤਾ ਜਿਸ ਦੇ ਵੇਲੇ ਇਹ ਚੈੱਕ ਸਾਈਨ ਕਰਾਇਆ ਗਿਆ। ਕੋਈ ਐਮਐਲਏ ਸਾਹਿਬ ਨਾਲ ਗੱਲ ਨਹੀਂ ਹੋਈ, ਕਿਸੇ ਕਿਸਮ ਦੀ ਕੁਝ ਨਹੀਂ ਹੋਈ। ਮੈਂ ਤੁਹਾਨੂੰ ਬੜਾ ਕਲੀਅਰ ਕਰਨਾ ਚਾਹੁੰਦਾ ਕਿ ਇਹ ਲੋਕ ਨਗਰ ਕੌਂਸਲ ਦੇ ਜਿਹੜੇ ਮੁਲਾਜ਼ਮ ਨੇ, ਚਾਹੇ ਈਓ ਹੈ, ਚਾਹੇ ਜੇਈ ਸਾਹਿਬ ਨੇ, ਚਾਹੇ ਸਾਡੇ ਹੋਰ ਛੋਟੇ ਦਰਜੇ ਦੇ ਮੁਲਾਜ਼ਮ ਨੇ ਜਿਹੜੇ ਇੱਥੇ ਕੰਮ ਕਰਦੇ ਨੇ, ਉਹਨਾਂ ਦੇ ਉੱਪਰ ਇਕੱਠੇ ਹੋ ਕੇ 5-7 ਜਣੇ ਆ ਕੇ ਦਫ਼ਤਰ ਦੇ ਵਿੱਚ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਪ੍ਰਿਤਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਥੈਂਕ ਯੂ ਪੰਜਾਬ। ਤਾਂ ਪਿਛਲੇ ਦਿਨੀ ਗੁਨਿਆਣਾ ਮੰਡੀ ਦੇ ਵਿੱਚ ਹਲਕਾ ਪੁੱਛੋ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਆਉਂਦੇ ਹਨ ਅਤੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਕੁਝ ਕੌਂਸਲਰਾਂ ਦੀ ਰਹਿਨੁਮਾਈ ਦੇ ਵਿੱਚ, ਹਾਜ਼ਰੀ ਦੇ ਵਿੱਚ ਉਹ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਦੇ ਹਨ ਤੇ ਨਾਲ ਹੀ ਪੰਚਾਇਤੀ ਗਊਸ਼ਾਲਾ, ਜੋ ਕਿ ਬੇਸਹਾਰਾ ਗਊਸ਼ਾਲਾ ਜਿਸ ਨੂੰ ਕਿਹਾ ਜਾਂਦਾ ਹੈ, ਉਸ ਨੂੰ ਇਹ 10 ਲੱਖ ਦੀ ਗ੍ਰਾਂਟ ਜਾਰੀ ਕਰਦੇ ਹਨ। ਤਾਂ ਜੇ ਮੈਂ ਗੱਲ ਕਰਾਂ ਤਾਂ ਅੱਜ ਤੋਂ ਕੁਝ ਸਮਾਂ ਪਹਿਲਾਂ ਪੰਚਾਇਤੀ ਗਊਸ਼ਾਲਾ ਦੇ ਵਿੱਚ ਪ੍ਰਧਾਨ ਕਸ਼ਮੀਰੀ ਲਾਲ ਜੀ ਨੇ ਹਲਕਾ ਪੁੱਛੋ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦਾ ਧੰਨਵਾਦ ਕੀਤਾ ਸੀ ਤੇ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਕੌਸੈਸ ਦੇ ਅਧੀਨ ਸਾਨੂੰ 5 ਲੱਖ ਰੁਪਏ ਦਾ ਜੋ ਚੈੱਕ ਹੈ ਸਾਨੂੰ ਜਾਰੀ ਹੋਇਆ ਹੈ। ਤਾਂ ਉਹ ਚੈੱਕ ਦੇ ਬਾਰੇ ਆਪਾਂ, ਮੇਰੇ ਨਾਲ ਇਸ ਟਾਈਮ ਮੌਜੂਦ ਹਨ ਪੰਚਾਇਤੀ ਗਊਸ਼ਾਲਾ ਦੇ ਪ੍ਰਧਾਨ ਕਸ਼ਮੀਰੀ ਲਾਲ ਜੀ, ਉਹਨਾਂ ਤੋਂ ਉਸ ਚੈੱਕ ਬਾਰੇ ਜਾਣਕਾਰੀ ਲਵਾਂਗੇ ਕਿ ਜਿਹੜਾ ਚੈੱਕ ਤੁਹਾਨੂੰ ਜਾਰੀ ਹੋਇਆ ਸੀ, ਜਾਰੀ ਕੀਤਾ ਗਿਆ ਸੀ, ਕੀ ਉਹ ਪਾਸ ਹੋ ਗਿਆ ਹੈ, ਕੀ ਉਸ ਦੀ ਰਕਮ ਪੰਚਾਇਤੀ ਗਊਸ਼ਾਲਾ ਨੂੰ ਮਿਲ ਚੁੱਕੀ ਹੈ, ਜਾਂ ਜੋ ਕੱਲ ਜੋ ਚੈੱਕ ਜਾਂ ਜੋ ਗ੍ਰਾਂਟ ਉਹਨਾਂ ਨੇ ਬੇਸਹਾਰਾ ਗਊਸ਼ਾਲਾ ਨੂੰ ਦਿੱਤੀ ਹੈ ਉਸ ਦਾ ਪੂਰਾ ਮਾਮਲਾ ਕੀ ਹੈ। ਤਾਂ ਕਸ਼ਮੀਰੀ ਲਾਲ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਇੱਥੇ ਪਹੁੰਚਣ ਤੇ ਜਿਉਂ ਆਖਦਾ ਤੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹ ਜਾਣਕਾਰੀ ਲੈਣੀ ਚਾਹਾਂਗਾ ਕਿ ਜਿਹੜਾ 5 ਲੱਖ ਦਾ ਚੈੱਕ, ਜੋ ਕਿ ਤੁਸੀਂ ਧੰਨਵਾਦ ਵੀ ਕੀਤਾ ਸੀ ਇੱਕ ਸਮਾਗਮ ਦੇ ਵਿੱਚ ਕਿ ਪੰਚਾਇਤੀ ਗਊਸ਼ਾਲਾ ਨੂੰ ਹਲਕਾ ਪੁੱਛੋ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਕੌਸੈਸ ਦੇ ਅਧੀਨ 5 ਲੱਖ ਦਾ ਚੈੱਕ ਨਗਰ ਕੌਂਸਲ ਦੇ ਦੁਆਰਾ ਸਾਨੂੰ ਮਿਲਿਆ ਹੈ, ਕੀ ਉਸ ਦੀ ਰਕਮ ਦੀ ਅਦਾਇਗੀ ਹੋ ਗਈ ਹੈ ਸਰ? ਬਹੁਤ ਬਹੁਤ ਧੰਨਵਾਦ ਜੀ ਪ੍ਰਿਤਪਾਲ ਜੀ ਤੁਹਾਡਾ। ਮਤਲਬ ਜਿਹੜਾ ਜੀ ਆਪਾਂ ਫੰਕਸ਼ਨ ਸੀ ਆਪਣਾ ਪੰਚਾਇਤੀ ਗਊਸ਼ਾਲਾ ਦੇ ਵਿੱਚ, ਉਹਦੇ ਸਾਨੂੰ ਉਹਨਾਂ ਨੇ ਮਤਲਬ ਸਾਡੇ ਨਾਲ ਸਤੀਸ਼ ਗੋਇਲ ਜੀ ਨਾਲ ਮੇਰੀ ਗੱਲ ਹੋਈ ਸੀ। ਕਹਿੰਦੇ ਜੀ ਐਮਐਲਏ ਸਾਹਿਬ ਕਹਿੰਦੇ ਸੀ 5 ਲੱਖ ਰੁਪਏ ਦਾ ਚੈੱਕ ਪੰਚਾਇਤੀ ਗਊਸ਼ਾਲਾ ਨੂੰ ਮਿਲ ਜਾਊਗਾ ਤੇ ਉਹ ਆਪਣਾ ਈਓ ਸਾਹਿਬ ਨੇ ਚੈੱਕ ਕੱਟ ਕੇ ਸਾਈਨ ਕਰਤੇ ਸੀਗੇ। ਅਸੀਂ ਉੱਥੇ ਬੁਲਾਤਾ ਸੀਗਾ ਜੀ ਚੈੱਕ ਸਾਨੂੰ। ਚਲੋ ਅੱਜ ਵੀ ਈਓ ਸਾਹਿਬ ਨਾਲ ਗੱਲ ਹੋਈ ਹੈ ਸਾਡੀ, ਉਹ ਕਹਿੰਦੇ ਭਾਈ ਤੁਹਾਨੂੰ ਕੱਲ੍ਹ ਨੂੰ ਚੈੱਕ ਮਿਲ ਜਾਊਗਾ। ਤਾਂ ਕਸ਼ਮੀਰੀ ਲਾਲ ਜੀ, ਇੱਥੇ ਨਾ ਜੋ ਮੈਨੂੰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਜਾਂ ਜੋ ਜਾਣਕਾਰੀ ਇਕੱਠੀ ਮੈਂ ਕੀਤੀ ਹੈ, ਟੋਟਲ 11.5 ਲੱਖ ਰੁਪਈਆ ਕੌਸੈਸ ਦਾ ਆਇਆ ਹੋਇਆ ਹੈ ਟੋਟਲ। ਤਾਂ ਜੇ ਇੱਥੇ ਮੈਂ ਗੱਲ ਕਰਾਂ ਤਾਂ ਕੱਲ 10 ਲੱਖ ਦੀ ਗ੍ਰਾਂਟ ਜਿਹੜੀ ਉਹਨਾਂ ਨੇ ਜਾਰੀ ਕੀਤੀ ਹੈ ਬੇਸਹਾਰਾ ਗਊਸ਼ਾਲਾ ਨੂੰ, ਉਸ ਦੇ ਵਿੱਚ 6.5 ਲੱਖ ਰੁਪਏ ਦਾ ਚੈੱਕ ਵੀ ਜਾਰੀ ਕੀਤਾ ਹੈ। ਤਾਂ ਮਗਰ ਰਹਿ ਗਿਆ ਜੀ 5 ਲੱਖ। ਤਾਂ ਇੱਕ ਪਾਸੇ ਜੇ ਮੈਂ 10 ਲੱਖ ਦੀ ਗੱਲ ਕਰਾਂ, ਇੱਕ ਪਾਸੇ ਤੁਹਾਡੀ ਜਿਹੜੀ ਪੰਚਾਇਤੀ ਗਊਸ਼ਾਲਾ ਉਹਦੇ 5 ਲੱਖ ਦੀ ਗੱਲ ਕਰਾਂ, 5 ਤੇ 5 10 ਤੇ 16.5 ਲੱਖ ਰੁਪਇਆ ਟੋਟਲ ਬਣਦਾ। ਪਰ ਆਪਣੇ ਕੋਲ ਜਿਹੜਾ ਨਗਰ ਕੌਂਸਲ ਦੇ ਕੋਲ ਹੈ 11.5 ਲੱਖ ਰੁਪਇਆ। ਤਾਂ ਉਹ ਸਰ ਇਹਦੀ ਭਰਪਾਈ ਕਿੱਦਾਂ ਹੋਵੇਗੀ? ਉਹ ਜਿਹੜੀ ਮਤਲਬ 10 ਲੱਖ ਰੁਪਏ ਦਿੱਤਾ ਨਾ ਜੀ, ਉਹ ਤਾਂ ਗ੍ਰਾਂਟ 'ਚ ਦਿੱਤਾ ਜੀ 10 ਲੱਖ ਰੁਪਇਆ। ਕੌਸੈਸ ਦਾ ਹੀ ਸੁਣਨ ਚ ਹੈ। 11.5 ਲੱਖ ਰੁਪਇਆ ਜੀ, ਉਹਨਾਂ ਦੇ 6.5 ਲੱਖ ਰੁਪਇਆ ਚੈੱਕ ਦਿੱਤਾ ਉਹਨਾਂ ਨੂੰ ਬੇਸਹਾਰਾ ਗਊਸ਼ਾਲਾ ਨੂੰ। ਇਹ ਕਹਿ ਰਹੇ ਆ ਜੀ ਕਿ ਜੋ ਮੈਨੂੰ ਸੁਣਨ ਚ ਮਿਲਿਆ ਹੈ ਕਿ ਉਸ ਦੀ ਪਹਿਲੀ ਕਿਸ਼ਤ ਅਸੀਂ ਅਦਾ ਕਰ ਦਿੱਤੀ ਹੈ ਤੇ ਦੂਸਰੀ ਕਿਸ਼ਤ ਵੀ ਅਸੀਂ ਜਲਦੀ ਉਹਦੀ ਅਦਾ ਕਰਾਂਗੇ। 10 ਲੱਖ ਦੇ ਵਿੱਚੋਂ 6.5 ਲੱਖ ਦੇ ਦਿੱਤਾ, 3.5 ਲੱਖ ਰੁਪਇਆ ਬਕਾਇਆ ਜਿਹੜੀ ਰਾਸ਼ੀ ਹੈ ਉਹ ਕਹਿੰਦੇ ਆਉਣ ਵਾਲੇ ਦਿਨਾਂ 'ਚ ਦਿੱਤੀ ਜਾਵੇਗੀ। ਤਾਂ ਫਿਰ ਪੰਚਾਇਤੀ ਜਿਹੜੀ ਪੰਚਾਇਤੀ ਜਿਹੜੀ ਗਊਸ਼ਾਲਾ ਹੈ, ਫਿਰ ਉਸ ਦੀ ਪੇਮੈਂਟ ਦਾ ਕਿੱਦਾਂ ਹੋਵੇਗਾ? ਉਹਨਾਂ ਦੀ ਪੇਮੈਂਟ ਦਾ ਤਾਂ ਉਹਨੂੰ ਪਤਾ ਜੀ, ਮਤਲਬ ਜਾਂ ਐਮਐਲਏ ਸਾਹਿਬ ਨੂੰ ਪਤਾ ਗਾ। ਮਤਲਬ ਸਾਡਾ ਤਾਂ ਮਤਲਬ ਕਹਿਣ ਦਾ ਇਹ ਸੀਗਾ ਵੀ ਸਾਨੂੰ ਤਾਂ ਹੁਣ ਐਂ ਪਤਾ ਲੱਗਿਆ ਆ, ਜਿਵੇਂ ਅੱਜ ਅਖਬਾਰ 'ਚ ਖਬਰ ਲੱਗੀ ਸੀ ਵੀ 10 ਲੱਖ ਰੁਪਇਆ ਗ੍ਰਾਂਟ ਦਿੱਤੀ ਆ ਜੀ। ਜਿਹੜਾ ਮਤਲਬ ਸ਼ੈੱਡ ਵਾਸਤੇ 10 ਲੱਖ ਰੁਪਏ ਦਿੱਤਾ, ਉਹ ਮਤਲਬ ਸ਼ੈੱਡ ਵਾਸਤੇ ਗ੍ਰਾਂਟ 'ਚੋਂ ਦਿੱਤਾ ਜੀ। 6.5 ਲੱਖ ਰੁਪਇਆ ਕੌਸੈਸ ਦੇ ਵਿੱਚੋਂ ਦਿੱਤਾ ਤੇ 5 ਲੱਖ ਰੁਪਇਆ ਸਾਨੂੰ ਚੈੱਕ ਕੱਟਿਆ ਜੀ। ਈਓ ਸਾਹਿਬ ਦੇ ਸਾਈਨ ਹੋਏ ਵੇ ਆ। ਹਾਂਜੀ, ਤੇ ਉਹਦੇ ਤੇ ਨਗਰ ਕੌਂਸਲ ਦੇ ਪ੍ਰਧਾਨ ਨੇ ਵੀ ਸਾਈਨ ਕਰਤੇ ਆ? ਨਹੀਂ, ਉਹ ਕਹਿੰਦੇ ਕਰ ਦੇਣਗੇ ਜੀ, ਕੱਲ ਨੂੰ ਕਹਿੰਦੇ ਕਰ ਦੇਣਗੇ। ਤਾਂ ਸਰ, ਤੁਹਾਨੂੰ ਕੀ ਲੱਗ ਰਿਹਾ ਕਸ਼ਮੀਰੀ ਲਾਲ ਜੀ, ਸਾਈਆਂ ਕਿਤੇ ਤੇ ਵਧਾਈਆਂ ਕਿਤੇ,
ਹਲਕਾ ਪੁੱਛੋ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਇਸ ਤਰ੍ਹਾਂ ਦੀ ਰਣਨੀਤੀ ਤੇ ਤਾਂ ਨਹੀਂ ਉਤਰ ਆਏ। ਦੇਖੋ ਜੀ, ਲੱਗਦਾ ਤਾਂ ਹੈ ਨਹੀਂਗਾ ਅਜੇ ਤੱਕ ਵੀ ਕੋਈ ਇਹੋ ਜਿਹੀ ਗੱਲਬਾਤ ਆ, ਪਰ ਮਤਲਬ ਜਦੋਂ ਚੈੱਕ ਦੀ ਗੱਲ ਕੀਤੀ ਹੈ, ਚੈੱਕ ਦੇ ਹੀ ਦੇਣਗੇ ਜੀ 5 ਲੱਖ ਦਾ। ਤਾਂ ਇਸ ਟਾਈਮ ਕਸ਼ਮੀਰੀ ਲਾਲ ਜੀ ਨੇ ਕਿਹਾ ਕਿ ਮੇਰੀ ਗੱਲ ਵੀ ਹੋ ਚੁੱਕੀ ਹੈ ਈਓ ਨਾਲ ਅਤੇ ਨਗਰ ਕੌਂਸਲ ਦੇ ਪ੍ਰਧਾਨ ਵੀ ਉਸ ਤੇ ਜਲਦੀ ਸਾਈਨ ਕਰ ਦੇਣਗੇ ਤੇ ਜੋ 5 ਲੱਖ ਦਾ ਚੈੱਕ ਦੀ ਰਕਮ ਹੈ, ਜੋ ਅਦਾਇਗੀ ਹੈ, ਉਹ ਜਲਦੀ ਆਉਣ ਵਾਲੇ ਸਮੇਂ ਦੇ ਵਿੱਚ ਪੰਚਾਇਤੀ ਗਊਸ਼ਾਲਾ ਨੂੰ ਮਿਲ ਜਾਵੇਗੀ। ਹਾਲੇ ਤੁਸੀਂ ਪਿੱਛੇ ਦਿਨੀ ਇੱਕ ਚੈੱਕ ਦਿੱਤਾ ਹੈ ਬੇਸਹਾਰਾ ਗਊਸ਼ਾਲਾ ਨੂੰ 6.5 ਲੱਖ ਰੁਪਏ ਦਾ। ਤੇ ਜੇ ਮੈਂ ਦੂਸਰੇ ਪਾਸੇ ਗੱਲ ਕਰਾਂ ਤਾਂ ਅੱਜ ਤੋਂ ਕੁਝ ਦਿਨ ਪਹਿਲਾਂ ਗਊਸ਼ਾਲਾ ਦੇ ਪੰਚਾਇਤੀ ਗਊਸ਼ਾਲਾ ਦੇ ਪ੍ਰਧਾਨ ਕਸ਼ਮੀਰੀ ਲਾਲ, ਜੋ ਕਿ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਵੀ ਹਨ ਔਰ ਤੁਹਾਡੇ ਵਿਰੋਧੀ ਧਿਰ ਦੇ ਵਿੱਚ ਇੱਕ ਬਹੁਤ ਵਧੀਆ, ਮੈਂ ਕਹਿ ਸਕਦਾ ਵਧੀਆ ਹੀ ਕਵਾਂਗੇ, ਜੋ ਓਪੋਜੀਸ਼ਨ 'ਚ ਹੈ ਚਾਹੇ ਉਹ ਨਾਲ ਹੈ, ਉਹ ਰੋਲ ਅਦਾ ਕਰ ਰਹੇ ਹਨ। ਤਾਂ ਉੱਥੇ ਸਰ ਜਿਹੜਾ ਉਹਨਾਂ ਨੇ ਅਨਾਉਂਸ ਕੀਤਾ ਸੀ ਕਿ ਸਾਨੂੰ 5 ਲੱਖ ਰੁਪਏ ਦਾ ਚੈੱਕ MLA ਨੇ ਦਿੱਤਾ ਹੈ ਕਾਊਸਸ ਦੇ ਅਧੀਨ ਨਗਰ ਕੌਂਸਲ ਦੇ ਵੱਲੋਂ, ਉਹ ਕਹਿ ਰਿਹਾ ਕਿ ਸਾਡੇ ਚੈੱਕ ਦੇ ਉੱਪਰ ਈਓ ਦੇ ਸਾਈਨ ਹੋ ਚੁੱਕੇ ਹਨ, ਪ੍ਰਧਾਨ ਜੀ ਦੇ ਸਾਈਨ ਨਹੀਂ ਹੋਏ। ਤਾਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇੱਕ ਪਾਸੇ ਤਾਂ 5 ਲੱਖ ਦਾ ਚੈੱਕ ਆਪਾਂ ਪੈਂਡਿੰਗ ਰੱਖ ਰਹੇ ਹਾਂ ਤੇ ਇੱਕ ਪਾਸੇ ਆਪਾਂ 6.5 ਲੱਖ ਰੁਪਏ ਦਾ ਚੈੱਕ ਉਹਨਾਂ ਨੂੰ ਫਸਟ ਇੰਸਟਾਲਮੈਂਟ ਜਿਹਨੂੰ ਮੈਂ ਕਹਿ ਸਕਦਾ ਉਹ ਤੁਸੀਂ ਦੇ ਰਹੇ ਹੋ। ਪ੍ਰਿਤਪਾਲ ਜੀ, ਮੈਂ ਤੁਹਾਡੀ ਸਭ ਤੋਂ ਪਹਿਲੀ ਗੱਲ ਦੇ ਨਾਲ ਇਤਫਾਕ ਨਹੀਂ ਰੱਖਦਾ ਜਿੱਥੇ ਤੁਸੀਂ ਕਿਹਾ ਕਿ ਗਊਸ਼ਾਲਾ ਦੇ ਪ੍ਰਧਾਨ ਕਸ਼ਮੀਰੀ ਲਾਲ ਜੀ, ਉਹ ਪ੍ਰਧਾਨ ਨਹੀਂ ਹੈ ਇਸ ਵੇਲੇ, ਨਜਾਇਜ਼ ਪ੍ਰਧਾਨ ਨੇ। ਤਕਰੀਬਨ 31 ਮਾਰਚ ਵੇਲੇ ਉਹਨਾਂ ਦਾ ਟੈਨਿਓਰ ਪੂਰਾ ਹੋ ਚੁੱਕਿਆ ਹੈ ਔਰ ਇਸ ਟੈਨਿਓਰ ਖਤਮ ਹੋਏ ਨੂੰ ਅੱਜ ਲਗਭਗ 7 ਮਹੀਨੇ ਹੋ ਚੁੱਕੇ ਹੈ ਔਰ ਉਹ ਧੱਕੇ ਨਾਲ, ਜਿਵੇਂ ਮੈਂ ਕਹਾਂ, ਸਾਂਝੀਆਂ ਸੰਸਥਾਵਾਂ ਹਮੇਸ਼ਾ ਪ੍ਰੇਮ ਪਿਆਰ ਅਤੇ ਭਰੱਪੇ ਨਾਲ ਚੱਲਦੀਆਂ, ਕਦੇ ਕਬਜ਼ੇ ਕਰਕੇ ਜਾਂ ਧੱਕੇ ਨਾਲ ਨਹੀਂ ਚੱਲਦੀਆਂ। ਜਿਸ ਜੋ ਬੰਦਾ 7 ਮਹੀਨਿਆਂ ਤੋਂ 8 ਮਹੀਨਿਆਂ ਤੋਂ ਧੱਕੇ ਦੇ ਨਾਲ ਉਹ ਬੈਠਾ ਤਾਂ ਮੇਰੇ ਖਿਆਲ ਦੇ ਵਿੱਚ ਉਹ ਪ੍ਰਧਾਨ ਕੋ ਆਉਣ ਦੇ ਕਾਬਿਲ ਨਹੀਂ, ਪਹਿਲੀ ਗੱਲ। ਦੂਜੀ ਗੱਲ, ਜਿਹੜੀਆਂ ਗਰਾਂਟਾਂ ਹੁੰਦੀਆਂ ਜਾਂ ਮੈਂ ਇੱਥੇ ਵਿੱਚ ਕੱਟ ਰਿਹਾ ਪ੍ਰਧਾਨ ਜੀ, ਮੈਂ ਕੁਝ ਦਿਨ ਪਹਿਲਾਂ ਜਾਂ 1 ਮਹੀਨਾ ਪਹਿਲਾਂ ਉਹਨਾਂ ਨਾਲ ਗੱਲ ਵੀ ਕੀਤੀ ਸੀ ਇਸ ਵਿਸ਼ੇ 'ਤੇ, ਕਣਕ ਨੂੰ ਲੈ ਕੇ ਜਾਂ ਪੰਚਾਇਤੀ ਗਊਸ਼ਾਲਾ ਦੇ ਵਿੱਚ ਜੋ ਸਮੱਸਿਆਵਾਂ ਆ ਰਹੀਆਂ ਸਨ। ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਅਨਾਉਂਸਮੈਂਟ ਕਰਵਾਈ ਹੋਈ ਹੈ ਔਰ ਕਰੋਨਾ ਪੈਂਡੈਮਿਕ ਦੇ ਚਲਦੇ ਸਾਨੂੰ ਸਰਕਾਰ ਵੱਲੋਂ ਨਹੀਂ ਸੀ ਪਰਮਿਸ਼ਨ ਕਿ ਅਸੀਂ ਇਕੱਠ ਕਰਕੇ ਇਸ ਚੋਣ ਨੂੰ ਕਰਵਾ ਸਕੀਏ, ਇਸ ਕਰਕੇ ਇਸ ਚੋਣ ਨੂੰ ਨਹੀਂ ਕਰਵਾਇਆ ਔਰ ਅਸੀਂ ਉਹਦੇ ਐਕਸਟੈਂਡ ਦੇ ਰੂਪ ਦੇ ਵਿੱਚ ਪ੍ਰਧਾਨ ਨੂੰ ਅਸੀਂ ਦੇਖ ਰਹੇ ਹਾਂ। ਉਹਨਾਂ ਦੇ ਸੈਕਟਰੀ ਔਰ ਕੈਸ਼ੀਅਰ ਨੇ ਵੀ ਇਹ ਗੱਲਾਂ ਮੇਰੇ ਨਾਲ ਸਾਂਝੀਆਂ ਕੀਤੀਆਂ ਸੀ। ਤੁਹਾਨੂੰ ਮੈਂ ਜਾਣਕਾਰੀ ਦੇ ਤੌਰ ਤੇ ਦੱਸ ਦਿਆਂ ਕਿ ਉਹਨਾਂ ਦੇ ਜਿਹੜੇ ਕੈਸ਼ੀਅਰ ਨੇ ਲక్ష్మణ ਸਿੰਗਲਾ ਜੀ, ਉਹ ਆਪਦਾ ਕੈਸ਼ੀਅਰ ਪਨ ਤੋਂ ਤਿਆਗ ਦੇ ਚੁੱਕੇ ਨੇ ਔਰ ਸੈਕਟਰੀ ਸਾਹਿਬ ਨੇ ਪਿਛਲੇ ਦਿਨੀ ਮੇਰੀ ਗੱਲ ਹੋਈ ਔਰ ਉਹ ਵੀ ਬੜੇ ਅਨਾਇਡ ਨੇ ਇਸ ਗੱਲ ਨੂੰ ਲੈ ਕੇ ਕਿ ਚੋਣ ਪ੍ਰਧਾਨ ਦੇ ਦੁਆਰਾ ਧੱਕੇ ਨਾਲ ਨਹੀਂ ਕਰਵਾਈ ਜਾ ਰਹੀ, ਕਰਾਉਣੀ ਬਣਦੀ ਹੈ। ਜੇਕਰ ਪੱਛਮੀ ਬੰਗਾਲ ਦੇ ਵਿੱਚ ਇਲੈਕਸ਼ਨ ਹੋ ਸਕਦੇ ਨੇ ਇੰਨੇ ਵੱਡੇ ਪੱਧਰ ਦੇ ਉੱਤੇ ਹਿੰਦੁਸਤਾਨ ਦੇ ਉੱਤੇ, ਇਹ ਤਾਂ ਬਿਲਕੁਲ ਛੋਟਾ ਜਿਹਾ ਇਲੈਕਸ਼ਨ ਹੈ, ਇਹਦੇ ਵਿੱਚ ਤਾਂ ਕੁਝ ਇੱਦਾਂ ਦੀ ਗੱਲ ਹੀ ਨਹੀਂ ਹੈ। ਤਾਂ ਫਿਰ ਤੁਸੀਂ ਇੱਕ ਮੰਡੀ ਦੇ, ਮੈਂ ਕਹਿੰਦਾ ਸਭ ਤੋਂ ਮੌਤਵਰ ਬੰਦੇ ਹੋ, ਨਗਰ ਕੌਂਸਲ ਦੇ ਪ੍ਰਧਾਨ ਹੋਣਾ, ਮੰਡੀ ਦੇ ਪ੍ਰਧਾਨ ਹੋਣਾ, ਕਿ ਤੁਹਾਨੂੰ ਨਹੀਂ ਲੱਗਦਾ ਕਿ ਇਸ ਚੋਣ ਦੇ ਵਿੱਚ ਵੀ ਤੁਹਾਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ? ਔਰ ਜੇ ਤੁਹਾਨੂੰ ਲੱਗਦਾ ਹੈ ਕਿ ਉਹ ਆਪਦਾ ਕੰਮ ਜਾਂ ਗਊਸ਼ਾਲਾ ਦੇ ਪ੍ਰਤੀ ਤੁਸੀਂ ਬੜੀ ਸੰਜੀਦਗੀ ਰੱਖਦੇ ਹੋ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਇਸ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਔਰ ਮੰਡੀ ਨਿਵਾਸੀਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ? ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਔਰ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ ਗਊਸ਼ਾਲਾ ਦੇ ਵਿੱਚ ਜਿਹੜਾ ਧਰਮਾਦਾ ਹੈ ਉਹ ਵੀ ਅਸੀਂ ਬਤੌਰ, ਮੈਂ ਪਰਸਨਲੀ ਆਪਦੀ ਦੁਕਾਨ ਦੀ ਜਾਂ ਆਪਦੀ ਗੱਲ ਕਰਾਂ ਤਾਂ ਤਕਰੀਬਨ 60,000 ਰੁਪਇਆ ਧਰਮਾਦਾ ਅਸੀਂ 50 ਤੋਂ 60,000 ਰੁਪਇਆ ਹਰ ਸਾਲ ਗਊਸ਼ਾਲਾ ਦੇ ਵਿੱਚ ਧਰਮਾਦੇ ਦੇ ਰੂਪ ਵਿੱਚ ਵੀ ਦਿੰਦੇ ਹਾਂ। ਤਾਂ ਉੱਥੇ ਅਸੀਂ ਉਹਨਾਂ ਦੇ ਇੱਕ ਐਕਟਿਵ ਮੈਂਬਰ ਵੀ ਹਾਂ। ਪਰ ਕਿਉਂਕਿ ਜੇਕਰ ਸਾਡੇ ਮੂੰਹੋਂ ਕੋਈ ਗੱਲ ਆਉਂਦੀ ਹੈ ਤਾਂ ਉਹਨੂੰ ਪੋਲੀਟੀਕਲ ਇਸ਼ੂ ਦੇ ਦਿੱਤਾ ਜਾਂਦਾ ਹੈ। ਮੇਰੀ ਮੰਡੀ ਦੇ ਮੁਅਤਬਰ ਸੱਜਣਾ ਨਾਲ ਪਿਛਲੇ ਦਿਨੀ ਬਹੁਤ ਲੋਕ ਮੇਰੇ ਕੋਲ ਚੱਲ ਕੇ ਆਏ ਇਸ ਗੱਲ ਦੇ ਵਾਸਤੇ ਕਿ ਤੁਸੀਂ ਇਲੈਕਸ਼ਨ ਕਰਵਾਓ ਔਰ ਮੈਂ ਸਾਰਿਆਂ ਨੂੰ ਇੱਕੋ ਹੀ ਰਾਏ ਦਿੱਤੀ ਕਿ ਤੁਸੀਂ ਜਿਹੜੇ ਵੀ ਪੋਲੀਟੀਕਲ ਬੰਦੇ ਨੇ, ਚਾਹੇ ਉਹ MC ਨੇ, ਚਾਹੇ ਕੋਈ ਵੀ ਨੇ, ਇਹਨਾਂ ਸਾਰਿਆਂ ਨੂੰ ਸਨੇ ਮੈਨੂੰ ਸਭ ਨੂੰ ਇੱਕ ਸਾਈਡ ਤੇ ਬਾਹਰ ਕਰ ਦਿਓ ਔਰ ਮੰਡੀ ਦੀ ਬਿਹਤਰੀ ਵਾਸਤੇ, ਮੰਡੀ ਦੀ ਭਲਾਈ ਵਾਸਤੇ ਜੇ ਉਹ ਬੰਦੇ ਸਨਾਤਨ ਧਰਮ ਨੂੰ ਮੰਨਦੇ ਨੇ, ਗਊਆਂ ਦੀ ਸੇਵਾ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਔਰ ਜੋ ਟਾਈਮ ਕੱਢ ਸਕਦੇ ਨੇ ਸਵੇਰ ਸ਼ਾਮ ਜਾ ਕੇ ਉੱਥੇ ਗਊਆਂ ਦੀ ਸੇਵਾ ਕਰ ਸਕਦੇ ਨੇ, ਉਹਨਾਂ ਬੰਦਿਆਂ ਨੂੰ ਅੱਗੇ ਲਿਆਓ ਤਾਂ ਕਿ ਗਊਆਂ ਦਾ ਵੀ ਔਰ ਸਾਡੀ ਮੰਡੀ ਦਾ ਵੀ ਕੁਝ ਭਲਾ ਹੋ ਸਕੇ। ਚਲੋ ਮੈਂ ਹੁਣ ਆਪਾਂ ਆਪਦੇ ਉਸ ਮੁੱਦੇ ਤੇ ਆਈਏ ਕਿ ਜਿਹੜਾ 5 ਲੱਖ ਰੁਪਏ ਦਾ ਚੈੱਕ ਉਹ ਕਹਿ ਰਿਹਾ ਕਿ ਸਾਡੇ ਸਾਈਨ ਨਹੀਂ ਹੋਏ ਤੇ ਜਿੱਥੇ 10 ਲੱਖ ਦੀ ਗ੍ਰਾਂਟ ਆ ਜਾਂਦੀ ਹੈ ਔਰ ਉਸ ਦੇ ਵਿੱਚੋਂ 6.5 ਲੱਖ ਰੁਪਏ ਨਾਲ ਦੀ ਨਾਲ ਸੌਂਪ ਵੀ ਦਿੱਤਾ ਜਾਂਦਾ ਹੈ, ਤਾਂ ਉਹ 5 ਲੱਖ ਦਾ ਚੈੱਕ ਉਹ ਸਰ ਇੱਥੇ ਲੱਗਦਾ ਨਹੀਂ ਕਿ ਹਲਕਾ ਪੁੱਛੋ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਸਾਈਆਂ ਕਿਤੇ ਤੇ ਵਧਾਈਆਂ ਕਿਤੇ ਵਾਲਾ ਕੰਮ ਕਰ ਰਹੇ ਹਨ? ਨਹੀਂ, ਦੇਖੋ, ਜਿੱਥੋਂ ਤੱਕ 5 ਲੱਖ ਰੁਪਏ ਦੇ ਚੈੱਕ ਦੀ ਸਵਾਲ ਹੈ, ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਮੇਰੇ ਕੋਲ ਇਸ ਤਰੀਕੇ ਨਾਲ ਧਿਆਨ ਦੇ ਵਿੱਚ ਕੋਈ ਚੈੱਕ ਨਹੀਂ ਹੈ ਜਿਹੜਾ ਕਿ ਨਗਰ ਕੌਂਸਲ ਨੇ ਉਹਨਾਂ ਨੂੰ ਦਿੱਤਾ ਹੋਵੇ। ਔਰ ਜਦੋਂ ਇਹ ਗੱਲ ਉੱਥੇ ਨਗਰ ਆਪਣੇ ਗਊਸ਼ਾਲਾ ਦੇ ਵਿੱਚ ਅਨਾਉਂਸ ਕੀਤੀ ਗਈ ਵੀ ਨਗਰ ਕੌਂਸਲ ਨੇ 5 ਲੱਖ ਰੁਪਏ ਦਿੱਤੇ ਹੈ ਤਾਂ ਮੈਂ ਉਸ ਦੌਰਾਨ ਈਓ ਸਾਹਿਬ ਨਾਲ ਗੱਲ ਕੀਤੀ ਵੀ ਇਸ ਤਰੀਕੇ ਦੀ ਕੀ ਗੱਲਬਾਤ ਹੈ, ਕਿਵੇਂ ਹੈ, ਮੇਰੇ ਤਾਂ ਕੋਈ ਸਾਈਨ ਨਹੀਂ ਹੈ ਜਾਂ ਮੈਨੂੰ ਕੋਈ ਪੁੱਛਿਆ ਦੱਸਿਆ ਨਹੀਂ ਗਿਆ। ਤਾਂ ਉਹਨਾਂ ਨੇ ਬੜੀ ਕਲੀਅਰ ਕੱਟ ਮੈਨੂੰ ਗੱਲ ਕਹੀ ਕਿ ਮੈਨੂੰ ਅੰਦਰ ਵਾੜ ਕੇ 8-7 ਬੰਦਿਆਂ ਨੇ ਧੱਕੇ ਦੇ ਨਾਲ ਜਾਂ ਕਹਿ ਲਓ ਇੱਕ ਪ੍ਰੈਸ਼ਰਾਈਜ਼ ਕਰਕੇ ਇਹ ਜਿਹੜਾ ਹੈਗਾ ਵੀ ਸਾਨੂੰ ਕਾਉਸੈਸ ਦਿਓ ਜੀ, ਤਾਂ ਚੈੱਕ ਨੂੰ ਜਿਹੜਾ ਹੈਗਾ ਉਹ ਮੇਰੇ ਤੋਂ ਭਰਵਾਇਆ ਇੱਕ ਤਰੀਕੇ ਦੇ ਨਾਲ।
ਤਾਂ ਉਹ ਮੇਰੇ ਤਾਂ ਕੋਈ ਨਾ ਪਹਿਲਾ ਨੋਟਿਸ ਸੀ, ਔਰ ਮੈਂ ਐਮਐਲਏ ਸਾਹਿਬ ਨਾਲ ਵੀ ਸੰਪਰਕ ਕੀਤਾ ਜਿਸ ਦੇ ਵੇਲੇ ਇਹ ਚੈੱਕ ਸਾਈਨ ਕਰਾਇਆ ਗਿਆ। ਕੋਈ ਐਮਐਲਏ ਸਾਹਿਬ ਨਾਲ ਗੱਲ ਨਹੀਂ ਹੋਈ, ਕਿਸੇ ਕਿਸਮ ਦੀ ਕੁਝ ਨਹੀਂ ਹੋਈ। ਮੈਂ ਤੁਹਾਨੂੰ ਬੜਾ ਕਲੀਅਰ ਕਰਨਾ ਚਾਹੁੰਦਾ ਕਿ ਇਹ ਲੋਕ ਨਗਰ ਕੌਂਸਲ ਦੇ ਜਿਹੜੇ ਮੁਲਾਜ਼ਮ ਨੇ, ਚਾਹੇ ਈਓ ਹੈ, ਚਾਹੇ ਜੇਈ ਸਾਹਿਬ ਨੇ, ਚਾਹੇ ਸਾਡੇ ਹੋਰ ਛੋਟੇ ਦਰਜੇ ਦੇ ਮੁਲਾਜ਼ਮ ਨੇ ਜਿਹੜੇ ਇੱਥੇ ਕੰਮ ਕਰਦੇ ਨੇ, ਉਹਨਾਂ ਦੇ ਉੱਪਰ ਇਕੱਠੇ ਹੋ ਕੇ 5-7 ਜਾਣੇ ਆ ਕੇ ਦਫ਼ਤਰ ਦੇ ਵਿੱਚ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਆ ਕਿ ਅਸੀਂ ਇਕੱਠੇ ਆ, ਤੁਹਾਡੀ ਸ਼ਿਕਾਇਤ ਕਰ ਦਿਆਂਗੇ, ਫਲਾਨਾ ਕਰ ਦਿਆਂਗੇ, ਐਂ ਕਰ ਦਿਆਂਗੇ। ਅਤੇ ਉਸ ਗੱਲ ਦੇ ਵਿੱਚ ਮੁਲਾਜ਼ਮ ਕਿਤੇ ਨਾ ਕਿਤੇ ਪ੍ਰੈਸ਼ਰਾਈਜ਼ ਹੋ ਵੀ ਜਾਂਦਾ ਹੈ, ਕਿਉਂਕਿ ਜਦੋਂ MC ਇਕੱਠੇ ਹੋ ਕੇ ਸੱਤ ਆਉਂਦੇ ਆ। ਪਰ ਇਹ ਪੈਰਲਰ ਆਪਦੀ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਆ। ਜੇ ਮੈਂ ਕਹਾਂ 15 ਅਗਸਤ 'ਤੇ ਝੰਡਾ ਲਹਿਰਾਉਣਾ ਤਾਂ ਅਸੀਂ ਅੱਡ ਲਹਿਰਾਵਾਂਗੇ, ਜੇ ਅਸੀਂ ਚੌਂਕ ਰੱਖਣਾ ਜੀ, ਇੱਥੇ 1 ਰੱਖਿਆ ਤਾਂ ਅਸੀਂ 3 ਰੱਖ ਦਿੱਤੇ ਜੀ। ਤਾਂ ਇਹ ਇਸ ਤਰੀਕੇ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਲੋਕਤੰਤਰ ਦੇ ਵਿੱਚ ਚੰਗੀਆਂ ਨਹੀਂ ਹੁੰਦੀਆਂ। ਗੱਲਾਂ ਅਸੀਂ ਹਰ ਵੇਲੇ ਜਦੋਂ ਵੀ ਹੁੰਦੀਆਂ ਉਹ ਕਰਦੇ ਹਾਂ ਸੰਵਿਧਾਨ ਦੀਆਂ ਅਤੇ ਕਿਰਦਾਰ ਦੀਆਂ, ਅਤੇ ਕੰਮ ਅਸੀਂ ਇਹੋ ਜਿਹੇ ਕਰਦੇ ਹਾਂ ਜਿਹੜੇ ਉਸ ਨੂੰ ਸੂਟ ਨਹੀਂ ਕਰਦੇ। ਤਾਂ ਮੇਰੇ ਖਿਆਲ ਦੇ ਵਿੱਚ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ, ਔਰ ਮੇਰੇ ਔਰ ਐਮਐਲਏ ਸਾਹਿਬ ਦੇ ਧਿਆਨ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈ ਕਿ ਇਹਨਾਂ ਨੂੰ ਚੈੱਕ ਦਿੱਤਾ ਗਿਆ। ਔਰ ਦੂਜੀ ਗੱਲ ਰਹੀ ਜਿਹੜੀ ਗਰਾਂਟ ਦੇਣ ਦੀ, ਉਹਦੇ ਸਬੰਧ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਗਰਾਂਟ ਕਹਿ ਲਓ ਜਾਂ ਜਿਹੜਾ ਸਹਿਯੋਗ ਕਹਿ ਲਓ, ਉਹ 2 ਤਰੀਕੇ ਨਾਲ ਦਿੱਤਾ ਜਾਂਦਾ ਹੈ। ਇੱਕ ਤਾਂ ਉਸ ਨੂੰ ਦਿੱਤਾ ਜਾਂਦਾ ਜਿੱਥੇ ਫੰਡਾਂ ਦੀ ਘਾਟ ਹੋਵੇ, ਦੂਜਾ ਉਸ ਨੂੰ ਦਿੱਤਾ ਜਾਂਦਾ ਜੋ ਕਾਬਿਲ ਹੋਵੇ, ਡਿਜ਼ਰਵ ਕਰਦਾ ਹੋਵੇ। ਜਿੱਥੋਂ ਤੱਕ ਹੁਣ ਮੈਂ ਤੁਹਾਨੂੰ ਦੋਨੇ ਗਊਸ਼ਾਲਾ ਨੂੰ, ਬੇਸਹਾਰਾ ਗਊਸ਼ਾਲਾ ਅਤੇ ਪੰਚਾਇਤੀ ਗਊਸ਼ਾਲਾ ਦੀ ਮੈਂ ਗੱਲ ਕਰਾਂ, ਪੰਚਾਇਤੀ ਗਊਸ਼ਾਲਾ ਦੇ ਕੋਲੇ ਆਪਦੀ 16 ਏਕੜ ਜ਼ਮੀਨ ਹੈ, ਜਿਹਦੇ ਵਿੱਚ ਕਿ 2 ਮੋਟਰਾਂ ਵੀ ਲੱਗੀਆਂ ਹੋਈਆਂ। ਪੰਚਾਇਤੀ ਗਊਸ਼ਾਲਾ ਕੋਲ ਆਪਦੇ ਹਰ ਸਾਧਨ ਹੈ, ਟਰੈਕਟਰ, ਟਰਾਲੀ ਹੈ, ਮੁਲਾਜ਼ਮ ਹੈ, ਹੋਰ ਹੈ। ਤਕਰੀਬਨ 20 ਲੱਖ ਰੁਪਇਆ ਸਾਲ ਦਾ ਧਰਮਾਦਾ ਆੜ੍ਹਤੀਏ ਗਊਸ਼ਾਲਾ ਨੂੰ ਇਕੱਠਾ ਕਰਕੇ ਹਰ ਸਾਲ ਦਿੰਦੇ ਨੇ। ਇਹ ਜਿਹੜੇ ਸਾਧਨ ਹੈ ਗਊਸ਼ਾਲਾ ਦੇ ਕੋਲੇ ਆਲਰੇਡੀ ਜਿਹੜੇ ਹੈਗੇ ਆ, ਉਹ ਪੰਚਾਇਤੀ ਗਊਸ਼ਾਲਾ ਕੋਲੇ ਮੌਜੂਦ ਨੇ। ਇਸ ਤੋਂ ਬਿਨਾਂ ਜੇ ਮੈਂ ਬੇਸਹਾਰਾ ਗਊਸ਼ਾਲਾ ਦੀ ਗੱਲ ਕਰਾਂ, ਜਿੱਦੋਂ ਦੀ ਉਹਨਾਂ ਨੇ ਗਊਸ਼ਾਲਾ ਸ਼ੁਰੂ ਕੀਤੀ ਹੈ, ਉਹਨਾਂ ਕੋਲੇ 1 ਏਕੜ ਵੀ, 1 ਮਰਲਾ ਵੀ ਜ਼ਮੀਨ ਨਹੀਂ ਸੀ। ਅੱਜ ਉਹਨਾਂ ਨੇ ਪਿਛਲੇ 15-17 ਸਾਲਾਂ ਦੇ ਵਿੱਚ ਜਦੋਂ ਦੀ ਇਹ ਗਊਸ਼ਾਲਾ ਖੁੱਲ੍ਹੀ ਹੈ, ਤਕਰੀਬਨ 7 ਕਨਾਲਾਂ ਜ਼ਮੀਨ, ਜੋ ਕਿ ਸ਼ਹਿਰ ਦੇ ਬਿਲਕੁਲ ਵਿਚਾਲੇ ਔਰ ਕੀਮਤੀ ਹੈ, ਖਰੀਦ ਵੀ ਲਈ ਹੈ। ਔਰ ਉਹਨਾਂ ਨੇ ਤਕਰੀਬਨ 250 ਅਵਾਰਾ ਪਸ਼ੂਆਂ ਨੂੰ ਸੰਭਾਲ ਕੇ ਉੱਥੇ ਉਹਦਾ ਕੰਮ ਵੀ ਚਲਾਇਆ। ਜਦੋਂ ਕਿ ਪੰਚਾਇਤੀ ਗਊਸ਼ਾਲਾ ਦੇ ਵਿੱਚ ਕਿਸੇ ਵੇਲੇ 500 ਤੋਂ 600 ਜਿਹੜੀ ਗਿਣਤੀ ਸੀ, ਉਹ ਘਟ ਕੇ ਇਸ ਵੇਲੇ 400 450 ਰਹਿ ਗਈ ਹੈ। ਉਹ ਬਿਨਾਂ ਕਿਸੇ ਉਹਨਾਂ ਨੂੰ ਕੋਈ ਇਸ ਤਰੀਕੇ ਦਾ ਧਰਮਾਦਾ ਜਾਂ ਫੰਡ ਵੀ ਇਕੱਠਾ ਨਹੀਂ ਹੁੰਦਾ। ਅਤੇ ਉਹ ਬੈਟਰ ਜਿਹੜੀ ਹੈਗੇ ਮੈਂ ਸਮਝਦਾ, ਔਰ ਉੱਥੇ ਕੋਈ ਪ੍ਰਧਾਨ ਨਹੀਂ ਹੈ, ਕੋਈ ਸੈਕਟਰੀ ਨਹੀਂ ਹੈ, ਕੋਈ ਕੈਸ਼ੀਅਰ ਨਹੀਂ ਹੈ, ਸਾਰੇ ਬਰਾਬਰ ਨੇ ਔਰ ਬੜੇ ਵਧੀਆ ਤਰੀਕੇ ਦੇ ਨਾਲ ਸੇਵਾ ਕਰ ਰਹੇ ਨੇ। ਔਰ ਮੈਂ ਸੁਬਾਹ ਦੇਖਦਾ, ਮੇਰੇ ਵਾਰਡ ਦੇ ਵਿੱਚ ਹੀ ਹੈ ਉਹ ਗਊਸ਼ਾਲਾ, ਕਿਸ ਤਰੀਕੇ ਦੇ ਨਾਲ ਮੰਡੀ ਦੇ ਲੋਕਾਂ ਦੇ ਵਿੱਚ ਉਤਸ਼ਾਹ ਹੈ। ਔਰ ਜਾ ਕੇ ਉਹ ਲੋਕ ਉੱਥੇ ਤਕਰੀਬਨ 250 ਤੋਂ 300 ਬੰਦਾ, ਜਿਹਦੇ ਵਿੱਚ ਕਿ ਲੇਡੀਜ਼ ਵੱਡੀਆਂ ਔਰ ਬੱਚੇ ਬੜੀ ਵੱਡੀ ਗਿਣਤੀ ਦੇ ਵਿੱਚ ਹੁੰਦੇ ਨੇ। ਸੁਬਾਹ ਤੁਸੀਂ ਵੀ ਜਾ ਕੇ ਦੇਖੋ, ਉੱਥੇ ਜਾ ਕੇ ਗਊਆਂ ਦੀ ਸੇਵਾ ਕਰਦੇ ਨੇ, ਪੱਠੇ ਪਾਉਂਦੇ ਨੇ ਔਰ ਪੂਰੀ ਲਗਨ ਮਿਹਨਤ ਨਾਲ ਕਰਦੇ ਨੇ। ਜਦੋਂ ਕੋਈ ਪਿਛਲੇ 3 ਜਾਂ 4 ਸਾਲਾਂ ਦੀ ਮੈਂ ਗੱਲ ਕਰਾਂ ਤਾਂ ਸਾਡੀ ਪੰਚਾਇਤੀ ਗਊਸ਼ਾਲਾ ਦੇ ਪ੍ਰਤੀ ਜਿੰਨੀ ਸ਼ਰਧਾ ਔਰ ਆਸਥਾ ਪਿਛਲੇ ਸਮੇਂ ਦੇ ਦੌਰਾਨ ਉੱਥੇ ਵੇਖਣ ਨੂੰ ਮਿਲਦੀ ਸੀ, ਉਹ ਬਹੁਤ, ਉਹਦਾ ਜਿਹੜਾ ਗ੍ਰਾਫ ਹੈ, ਉਹ ਇਹ ਪ੍ਰਧਾਨਾਂ ਦੀ ਮਿਸਮੈਨੇਜਮੈਂਟ ਦੇ ਕਾਰਨ ਇਹ ਸਨਾਤਨ ਧਰਮ ਦਾ ਪ੍ਰਚਾਰ ਪ੍ਰੋਪਰ ਨਹੀਂ ਕਰ ਸਕੇ। ਇਸ ਦੇ ਨਾਲ ਲੋਕਾਂ ਦੇ ਵਿੱਚ ਉੱਥੇ ਜਿਹੜੀ ਹੈਗੀ ਹੈ ਸ਼ਰਧਾ ਭਾਵਨਾ ਦੀ ਕਮੀ ਦੇਖਣ ਨੂੰ ਮਿਲੀ ਹੈ। ਔਰ ਜਿਹੜੇ ਕਿਸੇ ਵੇਲੇ ਅਸੀਂ ਦੇਖੀਏ ਤਾਂ ਸਾਡੀ ਪੰਚਾਇਤੀ ਗਊਸ਼ਾਲਾ ਫਾਈਨੈਂਸ਼ੀਅਲੀ ਰੂਪ ਦੇ ਵਿੱਚ ਇੰਨੀ ਸਾਊਂਡ ਸੀ ਕਿ ਗਊਸ਼ਾਲਾ ਕੋਲ ਆਪਦੀਆਂ 30-40 ਲੱਖ ਰੁਪਏ ਦੀਆਂ FDਆਂ ਸੀ ਸਾਧਨਾਂ ਦੇ ਨਾਲ। ਔਰ ਕਾਫੀ ਲੰਬੇ ਸਮੇਂ ਤੱਕ ਤੁਸੀਂ ਬੈਂਕ ਦੇ ਵਿੱਚ ਰਿਕਾਰਡ ਦੇਖੋ, ਲੰਬਾ ਸਮਾਂ ਔਰ FDਆਂ ਰਹੀਆਂ। ਅਤੇ ਅੱਜ ਪੋਜੀਸ਼ਨ ਇਹ ਹੈ ਕਿ ਗਊਆਂ ਦੇ ਖਾਣ ਵਾਸਤੇ ਉੱਥੇ ਚਾਰੇ ਦਾ ਵੀ ਪ੍ਰੋਪਰ ਉਹ ਸਿਸਟਮ ਨਹੀਂ ਹੈ। ਅਤੇ ਇਸ ਕਰਕੇ ਜਿਹੜਾ ਅਸੀਂ ਸਮਝਦੇ ਹਾਂ, ਜੋ ਮੈਂ ਮਹਿਸੂਸ ਕੀਤਾ ਕਿ ਜਿਹੜੀ ਬੇਸਹਾਰਾ ਗਊਸ਼ਾਲਾ ਹੈ, ਇਹ ਬਿਲਕੁਲ ਰਾਜਨੀਤੀ ਤੋਂ ਰਹਿਤ ਹੈ। ਔਰ ਸਨਾਤਨੀ ਜਿਹੜੇ ਲੋਕ ਨੇ ਉਹ ਬੜੇ ਵਧੀਆ ਤਰੀਕੇ ਨਾਲ ਇੱਥੇ ਸੇਵਾ ਕਰ ਰਹੇ ਨੇ। ਤਾਂ ਕਿਉਂ ਨਾ ਇਹਨਾਂ ਨੂੰ ਅਸੀਂ ਮੋਟੀਵੇਟ ਕਰਨ ਦੇ ਵਾਸਤੇ, ਇਹਨਾਂ ਨੂੰ ਉਤਸ਼ਾਹ ਭਰਨ ਦੇ ਵਾਸਤੇ ਅਸੀਂ ਇਹਨਾਂ ਦੇ ਕੋਸ਼ਿਸ਼ ਕੀਤੀ ਹੈ ਵੀ ਇਹਨਾਂ ਲੋਕਾਂ ਨੂੰ ਅਸੀਂ ਵੱਧ ਤੋਂ ਵੱਧ ਜਿਹੜੀ ਹੈ ਮਦਦ ਦਈਏ। ਔਰ MLA ਸਾਹਿਬ ਨੇ ਇਹਨਾਂ ਨੂੰ ਉੱਥੇ ਭਰੋਸਾ ਵੀ ਦਿਵਾਇਆ, ਜੇ ਕੋਈ ਹੋਰ ਵੀ ਲੋੜ ਪਈ ਤਾਂ ਅਸੀਂ ਤੁਹਾਨੂੰ ਹੋਰ ਵੀ ਗ੍ਰਾਂਟ ਦੇਵਾਂਗੇ। ਤੁਸੀਂ ਜਿਸ ਤਰੀਕੇ ਨਾਲ ਮਿਹਨਤ ਨਾਲ, ਲਗਨ ਨਾਲ ਕੰਮ ਕਰ ਰਹੇ ਹੋ, ਕਰਦੇ ਰਹੋ।